जी बिल्कुल जी। अच्छा, सो ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਇਹ ਹੈ ਕਿ ਇੱਕ ਬਹੁਤ ਹੀ ਅਹਿਮ ਜਿਹੜਾ ਹੈ ਨਾ ਮੁੱਦਾ ਜਾਂ ਮਸਲਾ ਜਿਹਨੇ ਸਾਰੀ ਕੌਮ ਨੂੰ ਹਲੂਣਾ ਜਿਹਾ ਦਿੱਤਾ ਹੋਇਆ ਹੈ ਔਰ ਸਾਰੇ ਚਿੰਤਤ ਵੀ ਹਨ ਔਰ ਚਿੰਤਨ ਵੀ ਕਰ ਰਹੇ ਹਨ ਔਰ ਉਸ ਦੇ ਉੱਤੇ ਗੱਲ ਕਰਨੀ ਬੜੀ ਜ਼ਰੂਰੀ ਹੈ ਤਾਂ ਕਿ ਤੱਥ ਕੀ ਹਨ। ਉਹ ਬੜਾ ਸਿੰਪਲ ਮੁੱਦਾ ਹੈ ਕਿ ਇੱਕ ਬਹੁਤ ਪੁਰਾਣੀ ਕਿਤਾਬ, ਬਹੁਤ ਸਾਲ ਪਹਿਲੇ ਦੀ, ਤਕਰੀਬਨ 50-60 ਸਾਲ ਪਹਿਲੇ ਦੀ ਲਿਖੀ ਹੋਈ ਉਹ ਕਿਤਾਬ ਜਿਹੜੀ ਸੀ ਉਸਨੂੰ ਦੁਬਾਰਾ ਹੁਣ ਮੁੜ ਛਾਪ ਕੇ, ਜਿਹਦੀਆਂ ਪਹਿਲੇ ਕਈ ਐਡੀਸ਼ਨਸ ਛਪ ਚੁੱਕੀਆਂ ਸੀਗੀਆਂ, ਉਹ ਰਾਮਾਵਤਾਰ ਦੇ ਜਿਹੜਾ ਹੈ ਉਸਨੂੰ ਦੁਬਾਰਾ ਛਾਪ ਕੇ ਪ੍ਰਧਾਨ ਮੰਤਰੀ ਵੱਲੋਂ ਉਹਨੂੰ ਰਿਲੀਜ਼ ਕੀਤਾ ਗਿਆ। ਔਰ ਜਦੋਂ ਰਿਲੀਜ਼ ਕੀਤਾ ਗਿਆ ਔਰ ਉਸ ਕਿਤਾਬ ਦਾ ਜਿਹੜਾ ਟਾਈਟਲ ਦਿੱਤਾ ਗਿਆ ਉਹਦੇ ਤੇ ਸੀ ਕਿ ਰਾਮਾਇਣਾ ਆਫ ਗੁਰੂ ਗੋਬਿੰਦ ਸਿੰਘ, ਉਹ ਕੁਦਰਤੀ ਤੌਰ ਦੇ ਉੱਤੇ ਇੱਕ ਇਸਨੇ ਹਲਚਲ ਪੈਦਾ ਕੀਤੀ ਕਿਉਂਕਿ ਜਿਹੜੀਆਂ ਘੱਟ ਗਿਣਤੀਆਂ ਹੁੰਦੀਆਂ ਉਹ ਆਪਣੀ ਹੋਂਦ ਲਈ ਉਹਨਾਂ ਦਾ ਚਿੰਤਾ ਕਰਨਾ ਜ਼ਰੂਰੀ ਵੀ ਹੁੰਦਾ ਔਰ ਉਸ ਦੇ ਕਰਕੇ ਉਸ ਜਿਹੜਾ ਅਦ੍ਰਿਸ਼ ਭੈ ਕਹਿ ਲੋ ਜਾਂ ਇੱਕ ਚਿੰਤਾ ਕਹਿ ਲੋ ਜਾਂ ਇੱਕ ਕੰਸਰਨ ਦੇ ਵਿੱਚੋਂ ਸਾਰੀ ਕੌਮ ਨੇ ਇਸ ਦੇ ਉੱਤੇ ਰਿਐਕਸ਼ਨ ਕੀਤਾ ਔਰ ਇਹਦਾ ਪੈਨਿਕ ਰਿਐਕਸ਼ਨ ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ ਬੜਾ ਅਜੀਬ ਆ ਗਿਆ ਕਿ ਇਹ ਜਿਹੜੀ ਕਿਤਾਬ ਹੈਗੀ ਹੈ ਬੈਨ ਕਰ ਦਿੱਤੀ ਜਾਏ। ਹੁਣ ਇਹ ਸਾਰੀ ਜਿਹੜੀ ਗੱਲ ਦੇਖ ਕੇ ਤੇ ਬੜੀ ਮਤਲਬ ਇੱਕ ਹਾਸੋਹੀਣੀ ਜੀ ਗੱਲ ਹੈ ਕਿ ਨਾ ਤਾਂ ਛਪਵਾਉਣ ਵਾਲਿਆਂ ਨੇ, ਨਾ ਵੰਡਣ ਵਾਲਿਆਂ ਨੇ ਜਾਂ ਰਿਲੀਜ਼ ਕਰਨ ਵਾਲਿਆਂ ਨੇ ਤੇ ਨਾ ਹੀ ਇਹਦੇ ਤੇ ਰਿਐਕਸ਼ਨ ਦੇਣ ਵਾਲਿਆਂ ਨੇ ਹੀ ਉਹਨੂੰ ਕਦੀ ਦੇਖਿਆ ਹੈ ਕਿ ਹੈ ਕੀ ਚੀਜ਼ ਹੈ। ਸਾਡਾ ਹਾਲ ਇਦਾਂ ਦਾ ਹੋਇਆ ਪਿਆ ਹੈ ਕਿ ਕਿਸੇ ਨੇ ਕਿਹਾ ਕਿ ਉਹ ਕਾਂ ਮਰਿਆ ਪਿਆ ਤੇ ਉਹ ਅਸਮਾਨ ਵੱਲ ਦੇਖਦਾ ਕਹਿੰਦਾ ਕਿੱਥੇ ਕਿੱਥੇ। ਇਹ ਸਾਡੀ ਬੌਧਿਕ ਅਵਸਥਾ ਜਿਹੜੀ ਹੈਗੀ ਹੈ। ਸੋ ਉਹ ਕੀ ਚੀਜ਼ ਹੈ, ਉਹ ਕਿਤਾਬ ਕੀ ਹੈ ਜਿਹੜਾ ਜਿਹਦਾ ਨਾਂ ਦਿੱਤਾ ਗਿਆ ਹੈ ਕਿ ਰਾਮਾਇਣ ਆਫ ਗੁਰੂ ਗੋਬਿੰਦ ਸਿੰਘ, ਉਹਦੇ ਬਾਰੇ ਕੀ ਚੀਜ਼ ਹੈਗੀ ਹੈ, ਉਹਦੇ ਬਾਰੇ ਮੈਂ ਆਪ ਨੂੰ ਥੋੜੇ ਜਿਹੇ ਲਫ਼ਜ਼ਾਂ ਵਿੱਚ ਜ਼ਰੂਰ ਦੱਸਣਾ ਚਾਹਾਂਗਾ। ਸਭ ਤੋਂ ਪਹਿਲੀ ਗੱਲ ਹੈ ਕਿ ਇਹ ਜਿਹੜੀ ਕਿਤਾਬ ਦਾ ਨਾਮ ਦਰਜ ਹੁਣ ਪ੍ਰਚਾਰਿਆ ਜਾ ਰਿਹਾ ਹੈ ਰਾਮਾਇਣ ਆਫ ਗੁਰੂ ਗੋਬਿੰਦ ਸਿੰਘ, ਦਰਅਸਲ ਇਹ ਰਾਮਾਵਤਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਆਪਣੀ ਕਲਮ ਤੋਂ ਲਿਖੀ ਹੋਈ ਉਹ ਵੱਡੀ ਰਚਨਾ ਹੈ। ਦੋ ਭਾਰਤ ਦੇ ਵਿੱਚ, ਭਾਰਤ ਦੀ ਸੰਸਕ੍ਰਿਤੀ ਦੇ ਵਿੱਚ ਦੋ ਅਵਤਾਰ ਮੁੱਖ ਮੰਨੇ ਗਏ, ਰਾਮ ਔਰ ਕ੍ਰਿਸ਼ਨ। ਇਹ ਦੋ ਅਵਤਾਰ ਹਨ। ਮੈਂ ਲਾਂਭੇ ਨਾ ਜਾਵਾਂ, ਡਾਕਟਰ ਗੋਕਲ ਚੰਦ ਨਾਰੰਗ ਨੇ ਇਵੋਲੂਸ਼ਨ ਆਫ ਸਿੱਖੀਜ਼ਮ ਵਿੱਚ ਲਿਖਿਆ ਹੈ, ਕਹਿੰਦਾ ਕਿ ਇਹ ਦੋ ਅਵਤਾਰਾਂ ਨੂੰ ਹਿੰਦੁਸਤਾਨੀ ਰੱਬ ਕਰਕੇ ਮੰਨਦੇ ਸੀ, ਪਰ ਕਹਿੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆ ਕੇ ਇਹਨਾਂ ਦਾ ਮਾਨਵੀਕਰਨ ਕੀਤਾ ਤੇ ਇਹ ਲਿਖ ਦਿੱਤਾ ਕਿ ਰੋਵੇ ਰਾਮ ਨਿਕਾਲਾ ਭਇਆ। ਉਹਨਾਂ ਨੂੰ ਇੱਕ ਆਮ ਇਨਸਾਨ ਦੇ ਰੂਪ ਵਿੱਚ ਪੇਸ਼ ਕੀਤਾ। ਪਰ ਕਹਿੰਦੇ ਮੈਂ ਹੈਰਾਨ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕਲਮ ਜਦੋਂ ਚੁੱਕੀ ਹੈ ਤੇ ਉਹਨਾਂ ਨੇ ਲਿਖ ਦਿੱਤਾ ਹੈ ਕਿ ਰਾਮ ਔਰ ਕ੍ਰਿਸ਼ਨ ਵਰਗੇ ਕਰੋੜਾਂ ਕੀੜੇ ਵਾਹਿਗੁਰੂ ਨੇ ਪੈਦਾ ਕੀਤੇ। ਸੋ ਉਹ ਜਿਹੜਾ ਰਾਮਾ ਅਵਤਾਰ, ਕ੍ਰਿਸ਼ਨਾ ਅਵਤਾਰ ਬਹੁਤ ਵੱਡਾ ਇੱਕ ਚੈਪਟਰ ਹੈ, ਬਹੁਤ ਵੱਡੀ ਰਚਨਾ ਹੈ। ਉਹਦੇ ਬਾਅਦ ਉਸ ਤੋਂ ਘੱਟ ਹੈਗੀ ਹੈ ਜਿਹੜੀ ਰਾਮਾ ਅਵਤਾਰ ਹੈ। ਹੁਣ ਇਹ ਕੀ ਚੀਜ਼ ਹੈ, ਕਿਉਂ ਲਿਖੀ, ਕੀ ਦਾ ਪਰਪਸ ਸੀਗਾ, ਤੇ ਸਭ ਤੋਂ ਪਹਿਲੀ ਗੱਲ ਤਾਂ ਕਿ ਇਹਦਾ ਨਾਮ ਕੀ ਹੈ ਜਿਹੜਾ ਗੁਰੂ ਸਾਹਿਬ ਨੇ ਖੁਦ ਦਿੱਤਾ, ਖੁਦ ਉਹਨਾਂ ਨੇ ਨਾਮ ਦਿੱਤਾ ਹੈ। ਉਹਨਾਂ ਨੇ ਲਿਖਿਆ ਕਿ ਅਥ 20ਵਾਂ ਰਾਮ ਅਵਤਾਰ ਕਥਨੰ। 24 ਅਵਤਾਰ ਮੰਨੇ ਗਏ ਹੈ, ਜਿਨ੍ਹਾਂ ਚੋਂ 20ਵਾਂ ਅਵਤਾਰ ਜਿਹੜਾ ਹੈਗਾ ਉਹ ਰਾਮ ਅਵਤਾਰ ਕਿਹਾ ਗਿਆ। ਹੁਣ ਉਸ ਰਚਨਾ ਦੇ, ਚੂੰਕਿ ਉਸ ਰਾਮਾ ਅਵਤਾਰ ਦਾ ਜਿਹੜਾ ਆਧਾਰ ਹੈ, ਜਿਹੜਾ ਉਹਦਾ ਬੇਸਿਸ ਹੈ ਜਾਂ ਉਹਦਾ ਪਲਾਟ ਹੈ, ਉਹ ਰਾਮਾਇਣ ਦੇ ਵਿੱਚੋਂ ਲਿਆ ਗਿਆ। ਮਗਰ ਰਾਮਾਇਣ ਦੇ ਵਿੱਚੋਂ ਲੈ ਕੇ ਗੁਰੂ ਸਾਹਿਬ ਨੇ ਉਹਦਾ ਤਰਜਮਾ ਨਹੀਂ ਕੀਤਾ, ਟ੍ਰਾਂਸਲੇਸ਼ਨ ਨਹੀਂ ਕੀਤੀ। ਉਹਨਾਂ ਨੇ ਉਹਦਾ ਖੁੱਲਾ ਉਹਦਾ ਲੈ ਕੇ ਰੂਪਾਂਤਰਣ ਕੀਤਾ, ਉਹਨੂੰ ਬਿਲਕੁਲ ਨਵੇਂ ਢੰਗ ਨਾਲ ਕੀਤਾ। ਉਹਦੇ ਵਿੱਚ ਕਈ ਚੈਪਟਰ ਐਸੇ ਹੈ ਜਿਹੜੇ ਓਰੀਜਨਲ ਰਾਮਾਇਣ ਵਿੱਚ ਨਹੀਂ ਹੈਗੇ, ਕਈ ਹੈਗੇ ਹੈ ਜਿਨ੍ਹਾਂ ਨੂੰ ਬਿਲਕੁਲ ਵੱਖਰੇ ਤਰੀਕੇ ਨਾਲ ਪੇਸ਼ ਕੀਤਾ, ਮਗਰ ਉਹ ਸਾਰੇ ਨੂੰ ਗੁਰਮਤ ਦੇ ਚੌਖਟੇ ਦੇ ਵਿੱਚ, ਗੁਰਮਤ ਦੇ ਉਹਦੇ ਵਿੱਚ ਉਹਨਾਂ ਨੇ ਉਸ ਨੂੰ ਫਿੱਟ ਕੀਤਾ। ਸੋ ਜਦੋਂ ਗੁਰੂ ਸਾਹਿਬ ਉਸ ਕਿਤਾਬ ਦਾ ਨਾਮ ਲਿਖਦੇ ਹੈ ਤਾਂ ਉਹ ਕਹਿੰਦੇ ਆ ਅਥ 20ਵਾਂ ਰਾਮ ਅਵਤਾਰ ਕਥਨੰ, ਤੇ ਚੂੰਕਿ ਰਾਮਾਇਣ ਦੇ ਆਧਾਰ ਤੇ ਲਈ ਗਈ ਹੈ ਇਸ ਕਰਕੇ ਲਿਖਦੇ ਇਤੀ ਸ਼੍ਰੀ ਰਾਮਾਇਣ ਸਮਾਪਤਮ ਸਤ ਸੁਭਮ ਸਤ। ਹੁਣ ਗੁਰੂ ਸਾਹਿਬ ਨੇ ਨਾ ਟ੍ਰਾਂਸਲੇਸ਼ਨ ਕੀਤੀ, ਨਾ ਉਹਦੀ ਕਾਪੀ ਕੀਤੀ, ਉਹਨਾਂ ਨੇ ਉਹਦਾ ਰੂਪਾਂਤਰਣ ਕੀਤਾ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਐਸੀ ਹੈ ਕਿ ਅਗਰ ਉਹਦੇ ਚ ਕੋਈ ਉਹਦਾ ਤਰਜਮਾ ਕਰਦਾ ਹੈ, ਉਹਦੇ ਵਿੱਚ ਬਹੁਤੀ ਜ਼ਿਆਦਾ ਡਿਵੀਏਸ਼ਨ ਨਹੀਂ ਕਰ ਸਕਦਾ। ਬੀਬੀ ਬਲਜੀਤ ਕੌਰ ਤੁਲਸੀ ਜਿਨ੍ਹਾਂ ਨੇ ਇਹ ਕਿਤਾਬ ਕਿਹਾ ਗਿਆ ਕਿ ਉਹਨਾਂ ਨੇ ਲਿਖੀ ਹੈ, ਦਰਅਸਲ ਉਹਨਾਂ ਨੇ ਲਿਖੀ ਨਹੀਂ ਹੈ, ਉਹਨਾਂ ਨੇ ਸਿਰਫ ਉਹਦਾ ਤਰਜਮਾ ਕੀਤਾ, ਉਹਦੀ ਟ੍ਰਾਂਸਲੇਸ਼ਨ ਕੀਤੀ।
ਕੀਤੀ ਹੈ। ਹੁਣ ਜਿਹਨੇ ਅਨੁਵਾਦ ਕੀਤਾ ਉਹਨੂੰ ਲਿਖਾਰੀ ਨਹੀਂ ਕਿਹਾ ਜਾ ਸਕਦਾ। ਸੋ ਇਹਦਾ ਮਤਲਬ ਹੈ ਕਿ ਸਾਰੀ ਦੀ ਸਾਰੀ ਜਿਹੜੀ ਹੈ ਇਹ ਇੱਕ ਕਿਸਮ ਦਾ ਮਿਸਨੋਮਰ ਕ੍ਰੀਏਟ ਕੀਤਾ ਗਿਆ। ਔਰ ਇਹ ਭੁਲੇਖਾ ਕਿਉਂ ਕੀਤਾ ਗਿਆ? ਇਹ ਜਾਣਬੁੱਝ ਕੇ ਕੀਤਾ ਗਿਆ ਤਾਂ ਕਿ ਸਿੱਖਾਂ ਦੇ ਵਿੱਚ ਇਹ ਖਾਮਖਾ ਅਸਲੀ ਮੁੱਦਿਆਂ ਤੋਂ ਛੱਡ ਕੇ ਨਵੀਂ ਚੀਜ਼ ਵੱਲ ਜਾਏ। ਹੁਣ ਇਹਦੇ ਵਿੱਚ ਇਹਦਾ ਮਕਸਦ ਕੀ ਹੈ? ਰਾਮ ਅਵਤਾਰ ਦਾ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਲਿਖਣ ਦਾ ਕੀ ਮਕਸਦ ਹੈ? ਉਹਨਾਂ ਨੇ ਐਡਾ ਲੰਮਾ ਸਮਾਂ ਲਾਇਆ, ਉਹਦੇ ਵਿੱਚ ਉਹਨਾਂ ਨੇ ਮਕਸਦ ਆਪਣੀ ਲਿਖਤ ਤੋਂ, ਆਪਣੀ ਕਲਮ ਤੋਂ ਸਪਸ਼ਟ ਕਰ ਦਿੱਤਾ, ਜਿਹਨੂੰ ਅਸੀਂ ਨਿਤਨੇਮ ਵਿੱਚ ਵੀ ਪੜ੍ਹਦੇ ਹਾਂ, ਬਾਕੀ ਵੀ ਅਸੀਂ ਹਮੇਸ਼ਾ ਉਹਦਾ ਪਾਠ ਕਰਦੇ ਹਾਂ। ਉਹ ਗੁਰੂ ਸਾਹਿਬ ਦਾ ਹੈਗਾ ਕਿ ਜਿੰਨੇ ਦੇਵੀ ਦੇਵਤਾ ਅਵਤਾਰ ਹੈਗੇ ਆ, ਇਹ ਕਰਤਾ ਪੁਰਖ ਦੀ ਕਿਰਤ ਹਨ, ਕਰਤਾ ਪੁਰਖ ਨਹੀਂ ਹਨ। ਇਹ ਸਾਰੇ ਕਾਲ ਦੇ ਵਸ ਹਨ, ਇਹ ਵਾਪਸ ਕਾਲ ਦੇ ਵਿੱਚ ਸਮਾ ਜਾਣਗੇ। ਜਿਵੇਂ ਗੁਰੂ ਸਾਹਿਬ ਨੇ ਖੁਦ ਲਿਖਿਆ, ਤੈਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ਼ ਕਰਾਇਆ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਤੋ ਇਹ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਉਹਨਾਂ ਨੂੰ ਸਾਜਣ ਵਾਲਾ ਕੋਈ ਹੋਰ ਹੈ। ਹੁਣ ਬੜੇ ਮੈਂ ਇਹਦੇ ਚੋਂ ਜਿਹੜਾ ਭੁਲੇਖਾ ਪਾਉਣ ਦਾ ਕੋਸ਼ਿਸ਼ ਕੀਤੀ ਗਈ ਕਿ ਸ਼ਾਇਦ ਇਹ ਦਸ਼ਰਥ ਪੁੱਤਰ ਸ੍ਰੀ ਰਾਮਚੰਦਰ ਜੀ ਦੀ ਸਤੁਤੀ ਕੀਤੀ ਗਈ ਹੈ, ਉਹਦੇ ਲਈ ਕੀਤੀ ਹੈ। ਔਰ ਉਹ ਜਿਹੜਾ ਵੱਡਾ ਭੁਲੇਖਾ ਤਾਂ ਵੀ ਪਿਆ ਜਦੋਂ ਇਹ ਰਾਮਾਇਣ ਕੀਤੀ ਜਾ ਰਹੀ ਹੈ, ਇਹਨੂੰ ਰਿਲੀਜ਼ ਕੀਤੀ ਜਾ ਰਹੀ ਹੈ, ਤੇ ਉਹਦੇ ਤੁਲਸੀ ਜੀ ਨੇ ਜਿਹੜਾ ਸ਼ਬਦ ਵੀ ਪੜਿਆ, ਰਾਮ ਸਿਮਰ ਪਛਤਾਏਗਾ, ਉਹ ਤਾਂ ਕਿ ਇਸ ਸਾਰੇ ਕਨਫਿਊਜ਼ਨ ਨੂੰ ਜਿਵੇਂ ਕਹਿੰਦੇ ਇਫ ਯੂ ਵਾਂਟ ਟੂ ਕਨਵਿੰਸ ਅ ਮੈਨ ਫਸਟ ਕਨਫਿਊਜ਼ ਹਿਮ, ਉਹ ਸ਼ਾਇਦ ਕਨਫਿਊਜ਼ਨ ਦਾ ਇੱਕ ਸਟ੍ਰੈਟਜੀ ਸੀ। ਮੈਂ ਗੁਰੂ ਸਾਹਿਬ ਦੀ ਆਪਣੀ ਲਿਖਤ ਤੋਂ ਤਾਂ ਕਿ ਸਪਸ਼ਟ ਹੋ ਜਾਏ ਕਿ ਕਿਹੜੇ ਰਾਮ ਦੀ ਕੀ ਗੱਲ ਕਰ ਰਹੇ ਆ। ਗੁਰੂ ਸਾਹਿਬ ਲਿਖ ਰਹੇ ਹੈ, ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ, ਕਿਤੇ ਰਾਮ ਸੇ ਮੇਟ ਡਾਰੇ ਉਪਾਏ। ਫਿਰ ਅੱਗੇ ਜਾ ਕੇ ਲਿਖਦੇ ਆ, ਜਿਤੇ ਰਾਮ ਸੇ ਕ੍ਰਿਸ਼ਨ ਹੋਏ ਬਿਸਨ ਆਏ, ਤਿਤਿਓ ਕਾਲ ਖਾਪਿਆ ਨਾ ਤੇ ਕਾਲ ਘਾਏ। ਫਿਰ ਅੱਗੇ ਕਹਿੰਦੇ, ਜਿਤੇ ਰਾਮ ਹੁਏ ਸਭੇ ਅੰਤ ਮੂਏ, ਜਿਤੇ ਕ੍ਰਿਸ਼ਨ ਹੋਏ ਹੈ ਸਭੇ ਅੰਤ ਜੈ ਹੈ। ਹਜ਼ੂਰ ਕਹਿੰਦੇ, ਜਿਤੇ ਦੇਵ ਹੋਸੀ ਸਭੇ ਅੰਤ ਜਾਸੀ, ਜਿਤੇ ਬੋਧ ਹੋਏ ਹੈ ਸਭੇ ਅੰਤ ਚੈ ਹੈ। ਫਿਰ 24 ਅਵਤਾਰਾਂ ਬਾਰੇ ਸਪਸ਼ਟ ਕਰਦੇ ਆ, ਜੇ 24 ਅਵਤਾਰ ਕਹਾਏ, ਤਿਨ ਵੀ ਤੁਮ ਪ੍ਰਭ ਤਨਕ ਨਾ ਪਾਏ, ਸਭ ਹੀ ਜਗ ਭਰਮੋ ਪਰਮਾਇੰ, ਤਾਤੇ ਨਾਮ ਬੇਅੰਤ ਕਹਾਏ। ਫਿਰ ਕਹਿੰਦੇ, ਕਹਾ ਰਾਮ ਕ੍ਰਿਸ਼ਨੰ ਕਹਾ ਚੰਦਰ ਸੂਰੰਗ, ਸਭੇ ਹਾਥ ਬਾਂਧੇ ਖਰੇ ਕਾਲ ਹਜ਼ੂਰੰ। ਹੁਣ ਗੁਰੂ ਸਾਹਿਬ ਕਹਿ ਰਹੇ ਹੈ ਕਿ ਇੱਕ ਹੀ ਕਾਲ ਅਕਾਲ ਸਦਾ ਹੈ। ਇੱਕ ਚੀਜ਼ ਅਸੀਂ ਸਮਝ ਲਈਏ, ਬੜੀ ਇੰਟਰਸਟਿੰਗ ਹੈ ਕਿ ਹਿੰਦੂਇਜ਼ਮ ਦਾ ਅਵਤਾਰਵਾਦ ਕਹਿੰਦਾ ਹੈ ਕਿ ਜਦੋਂ ਧਰਤੀ ਨੂੰ ਲੋੜ ਪੈਂਦੀ ਹੈ, ਧਰਤੀ ਵਿਸ਼ਨੂੰ ਕੋਲ ਪੁਕਾਰ ਕਰਦੀ ਹੈ ਔਰ ਕਹਿੰਦੀ ਹੈ ਕਿ ਫਿਰ ਵਿਸ਼ਨੂੰ ਅਵਤਾਰ ਧਾਰਦਾ, ਉਹਦੇ ਅਵਤਾਰ ਹੈਗੇ ਆ, ਉਹਦੇ 10 ਅਵਤਾਰ, ਫਿਰ ਅੱਗੇ ਸਭ ਅਵਤਾਰ ਕਰਕੇ 24 ਅਵਤਾਰ ਹੈ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦੇਖੋ ਉਸ ਪਲਾਟ ਨੂੰ ਲੈ ਕੇ ਕਿੱਦਾਂ ਜ਼ਬਰਦਸਤ ਟਵਿਸਟ ਦੇ ਰਹੇ ਹੈ। ਇਸ ਤੋਂ ਸਮਝਣ ਲਈ ਜਿਹੜੀ ਹੈ ਨਾ ਜੀ, ਉਹ ਥੋੜੀ ਜੀ ਰਿਡਲ ਦੇ ਹੈ। ਗੁਰੂ ਸਾਹਿਬ ਕਹਿੰਦੇ ਹੈ ਕਿ ਜਦੋਂ ਧਰਤੀ ਨੂੰ ਲੋੜ ਪਈ, ਧਰਤੀ ਨੇ ਪੁਕਾਰ ਕੀਤੀ, ਸਾਰੇ ਗਏ ਵਿਸ਼ਨੂੰ ਦੇ ਕੋਲ। ਹੁਣ ਹਿੰਦੂਇਜ਼ਮ ਦੇ ਮੁਤਾਬਕ ਵਿਸ਼ਨੂੰ ਉਸੇ ਵੇਲੇ ਤੁਰ ਪੈਂਦੇ ਆ, ਆਓ ਚਲੀਏ ਧਰਤੀ ਦੇ ਉੱਤੇ। ਪਰ ਇੱਥੇ ਨਹੀਂ, ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਆ ਜਦੋਂ ਵਿਸ਼ਨੂੰ ਕੋਲ ਗਏ, ਪੁਕਾਰ ਕੀਤੀ, ਵਿਸ਼ਨੂੰ ਕਹਿੰਦਾ ਆਓ ਫਿਰ ਕਾਲ ਪੁਰਖ ਕੋਲ ਚਲੀਏ। ਇੱਕ ਨਵਾਂ ਫੱਟਾ, ਇੱਕ ਨਵਾਂ ਚੈਨਲ ਬਣਾਤਾ ਕਿ ਉਹ ਸਾਰਿਆਂ ਨੂੰ ਲੈ ਕੇ ਕਾਲ ਪੁਰਖ ਕੋਲ ਜਾਂਦਾ। ਹਜ਼ੂਰ ਲਿਖ ਰਹੇ ਹੈ, ਕਹਿੰਦੇ ਬ੍ਰਹਮਾ ਗਿਓ ਛੀਰ ਨਿ ਜਹਾਂ, ਕਾਲ ਪੁਰਖ ਸਥਿਤ ਤੇ ਤਹਾਂ, ਕਹੋ ਬਿਸ਼ਨ ਕੋ ਨਿਕਟ ਬੁਲਾਈ, ਕ੍ਰਿਸ਼ਨ ਅਵਤਾਰ ਧਰੋ ਤੁਮ ਤਾਂ। ਉਹ ਵਿਸ਼ਨੂੰ ਨੂੰ ਆਰਡਰ ਦਿੰਦਾ, ਕਾਲ ਪਾਏ ਬ੍ਰਹਮਾ ਬਵਤਾਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰ ਬਿਸ਼ਨ ਪ੍ਰਗਾਸਾ, ਸਗਲ ਕਾਲ ਕਾ ਕੀਆ ਤਮਾਸਾ। ਹੁਣ ਇਹਦੇ ਵਿੱਚ ਬਲਜੀਤ ਕੌਰ ਜੀ ਨੇ ਜਿਹੜੀ ਟਰਾਂਸਲੇਸ਼ਨ ਕੀਤੀ ਹੈ, ਮੇਰਾ ਖਿਆਲ ਹੈ ਜ਼ਿਆਦਾਤਰ ਉਹਨਾਂ ਨੇ ਸਹੀ ਕੀਤੀ ਹੈ। ਕੁਝ ਲਫ਼ਜ਼ ਵਿੱਚੋਂ ਉਹਨਾਂ ਨੇ ਛੱਡ ਦਿੱਤੇ ਹੈਗੇ ਆ, ਉਹ ਉਹਨਾਂ ਨੇ ਨਹੀਂ ਲੱਗੇ। ਪਰ ਜਿਹੜੀ ਉਹਨਾਂ ਨੇ ਲਿਖਿਆ, ਮੈਂ ਉਹਦੇ ਚੋਂ ਕੁਝ ਤੁਹਾਨੂੰ ਕੋਟੇਸ਼ਨ ਤਾਂ ਕਿ ਸਮਝ ਆ ਜਾਏ ਉਹ ਕਿਸ ਦੀ ਗੱਲ ਕਰ ਰਹੇ ਆ। ਰਾਮ ਅਵਤਾਰ ਦੇ ਵਿੱਚ ਜਾਂ ਰਾਮਾਇਣ ਦੇ ਵਿੱਚ ਦੋ ਪਾਤਰ ਹਨ, ਇੱਕ ਰਾਮ ਹੈ, ਇੱਕ ਰਾਵਣ ਹੈ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੀ ਗੱਲ ਸਪਸ਼ਟ ਕਰ ਦਿੰਦੇ ਹਨ ਜਦੋਂ ਰਾਮਾ ਅਵਤਾਰ ਦੇ ਅਖੀਰ ਚ ਕਹਿੰਦੇ ਹਨ, ਸਾਧ ਅਸਾਧ ਜਾਨੋ ਨਹੀਂ ਬਾਦ ਸੁਬਾਦ ਵਿਵਾਦ, ਗ੍ਰੰਥ ਸਕਲ ਪੂਰਨ ਕੀ ਉਹ ਭਗਵਤ ਕਿਰਪਾ ਪ੍ਰਸਾਦ। ਇਹਦਾ ਤਰਜਮਾ ਬੀਬੀ ਬਲਜੀਤ ਕੌਰ ਨੇ ਜੋ ਕੀਤਾ ਹੈ, ਜਿਹੜੀ ਮੋਦੀ ਜੀ ਨੇ ਰਿਲੀਜ਼ ਕੀਤੀ ਹੈ, ਜਿਹਨੂੰ KTS ਤੁਲਸੀ ਉਹਨਾਂ ਕੋਲੋਂ ਰਿਲੀਜ਼ ਕਰਾਈ ਹੈ, ਉਹਦੇ ਵਿੱਚ ਉਹ ਲਿਖਿਆ, ਬਲਜੀਤ ਕੌਰ ਜੀ ਦਾ ਤਰਜਮਾ ਕਰਦੇ ਹੈ, ਮੈਂ ਇਹ ਦੱਸਣ ਦਾ ਯਤਨ ਨਹੀਂ ਕੀਤਾ ਕਿ ਸਾਧ ਕੌਣ ਹੈ ਅਤੇ ਅਸਾਧ ਕੌਣ ਹੈ। ਇਹ ਚਰਚਾ ਅਤੇ ਝਗੜੇ ਵਿੱਚ ਮੈਂ ਨਹੀਂ ਪਿਆ।
परंतु अकाल पुरख की कृपा द्वारा सारे ग्रंथ ਨੂੰ संपूर्ण ਕੀਤਾ। ਇਹਦਾ मतलब गुरु गोबिंद सिंह साहब कह रहे हैं, ਤੇ ਬਲਜੀਤ ਕੌਰ ਜੀ ਦਾ ਤਰਜਮਾ ਕਰ ਰਹੇ ਕਿ ਰਾਮ ਤੇ ਰਾਵਣ ਵਿੱਚ ਸਾਧ ਕਿਹੜਾ ਅਸਾਧ ਕਿਹੜਾ, ਇੱਕ ਝਗੜੇ ਵਾਲੀ ਗੱਲ ਹੈ। ਸੋ ਇਹਦਾ मतलब ਜਿਹੜਾ ओरिजिनल ਰਾਮਾਇਣ ਦਾ ਕੋਈ ਨੇੜੇ ਤੇੜੇ ਵੀ ਨਹੀਂ ਹੈ। ਫਿਰ ਅੱਗੇ ਗੁਰੂ ਸਾਹਿਬ ਜਦੋਂ ਇਹਦੀ ਸਮਾਪਤੀ ਕਰਦੇ ਹਨ ਰਾਮਾ ਅਵਤਾਰ ਦੀ, ਤਾਂ ਉਹਦੇ ਚ ਕਹਿੰਦੇ ਨੇ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋਈ ਆਂਖ ਤਰੇ ਨਹੀਂ ਆਨਿਓ, राम रहीम पुराण कुरान अनेक कहे मत एक न मान्यो, सिमरत शास्त्र वेद सब है वो भेद कहे हम एक न जान्यो, श्री अस्पान कृपा तुमरी कर मैं न कहो सब तोहे बखान्यो, सगल द्वार को छाड़ के गेहो तुहारो द्वार बाहें गही की लाजस गोविंद दास। स्पष्ट कर रहे हैं राम रहीम पुराण कुरान अनेक कहे मत एक न मान्यो। हुण एक गल होर बड़ी इंटरेस्टिंग है कि ਜਿਹੜੀ ਬੀਬੀ ਤੁਲਸੀ ਜੀ ਨੇ ਬਲਜੀਤ ਕੌਰ ਜੀ ਨੇ ਜਿਹੜਾ ਤਰਜਮਾ ਕੀਤਾ ਹੈ, ਉਹ ਚੂੰਕਿ ਰਾਮ ਦੀ ਕਹਾਣੀ ਹੈ, ਦਸ਼ਰਥ ਪੁੱਤਰ ਰਾਮ ਦੀ ਕਹਾਣੀ ਹੈ। ਰਾਮਚੰਦਰ ਜੀ ਨੂੰ ਬਨਵਾਸ ਦੇ ਦਿੱਤਾ ਜਾਂਦਾ ਹੈ। ਜਦੋਂ ਲక్ష్మణ ਆਂਦਾ ਹੈ, ਉਹ ਦੇਖਦਾ ਹੈ, ਕਹਿੰਦਾ ਰਾਮ ਕਿੱਥੇ ਹੈ, ਨਹੀਂ ਨਜ਼ਰ ਆ ਰਿਹਾ, ਸੀਤਾ ਕਿੱਥੇ ਹੈ, ਨਹੀਂ ਨਜ਼ਰ ਆ ਰਹੀ। ਹੁਣ ਇਸ ਗੱਲ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੋ ਲਿਖਿਆ, ਉਹ ਲਿਖਿਆ कि लक्ष्मण जो कह रहे हैं बात यह भांत बई सुन आयरी भ्रात सरासन लीने, वो कहता है किथे गया, तो वो लक्ष्मण कहता उन्होंने कहा कि उन्होंने बनवास दे दिता है। ते लक्ष्मण कहता कौन कपूत भयो कुल में जिन रामे बास कहे बने कहो दीनो, कहता काम के बान बध्यो जब बस कामन कूर कुचाल महामत हीने, रांड कुबांड के हाथ बिक्यो कप नाचत नाच छरी जिम चीने। कपी कहते बांदर नूं। ਹੁਣ ਬਲਜੀਤ ਕੌਰ ਜੀ ਨੇ ਇਹਦਾ ਤਰਜਮਾ ਕੀਤਾ। ਇਧਰ ਇਹ ਗੱਲ ਹੋਈ ਕਿ ਜਿਸ ਵੇਲੇ ਲక్ష్మణ ਨੂੰ ਪਤਾ ਲੱਗਾ ਤਾਂ ਉਹ ਕ੍ਰੋਧ ਵਿੱਚ ਧਨੁਸ਼ ਚੁੱਕ ਕੇ ਆ ਗਿਆ ਅਤੇ ਕਹਿਣ ਲੱਗਾ ਉਹ ਕੌਣ ਕਪੂਤ ਹੈ। ਹੁਣ ਇਹ ਦਸ਼ਰਥ ਬਾਰੇ ਕਿਹਾ ਜਾ ਰਿਹਾ, ਰਾਮਚੰਦਰ ਜੀ ਦੇ ਪਿਤਾ ਬਾਰੇ ਕਿਹਾ ਜਾ ਰਿਹਾ। ਇਹ ਰਾਮਾਇਣ, ਇਹ ਰਾਮਾਵਤਾਰ ਗੁਰੂ ਗੋਬਿੰਦ ਜੀ ਦਾ ਤਰਜਮਾ ਕਰ ਰਹੇ ਹੈ ਬੀਬੀ ਬਲਜੀਤ ਕੌਰ। ਕਹਿੰਦੇ ਉਹ ਕੌਣ ਕਪੂਤ ਹੈ ਜਿਸ ਨੇ ਰਾਮ ਵਰਗੇ ਦੇਵਤਾ ਪੁੱਤਰ ਨੂੰ ਬਨਵਾਸ ਲਈ ਕਿਹਾ। ਇਸਤਰੀ ਦੇ ਕਾਮ ਦੇ ਤੀਰਾਂ ਨਾਲ ਵਿੰਨੇ ਹੋਏ ਰਾਜੇ ਦੀ ਮੱਤ ਮਾਰੀ ਗਈ। ਉਹ ਪਾਗਲ ਨਿਰਦਈ ਮਤਹੀਣ ਹੋ ਗਿਆ, ਉਹ ਮਾੜੀ ਇਸਤਰੀ ਦੇ ਹੱਥਾਂ 'ਚ ਵਿਕ ਗਿਆ ਅਤੇ ਜਿਵੇਂ ਉਹ ਛੜੀ ਵਾਂਗੂ ਨਚਾਉਂਦੀ ਹੈ ਤਿਵੇਂ ਨੱਚਦਾ। ਇਤਨਾ ਹੀ ਨਹੀਂ, ਅੱਗੇ ਕਹਿੰਦਾ ਹੈ ਲక్ష్మణ ਕਹਿੰਦਾ ਕਾਮ ਕੇ ਡੰਡ ਲੀਏ ਕਰਕੇ ਕਈ ਬਾਨਰ ਜਿਉ ਨੇ ਪ੍ਰਾਪਤ ਸਜਾਵੇ, ਐਠਨ ਐਠ ਅਮੇਠ ਲੀਏ ਡਿਗ ਬੈਠ ਸੁਆ ਜਿਮ ਪਾਠ ਪੜਾਵੇ, ਸੌਤਨ ਸੀਸ ਹੈ ਈਸਕ ਈਸ ਪ੍ਰਤੀਸ ਜਿਉ ਚਾਮ ਕੇ ਦਾਮ ਚਲਾਏ, ਕੂਰ ਕੁਜਾਤ ਕੁਪੰਥ ਦੁਰਾਨਨ ਲੋਕ ਗਏ ਪਰ ਲੋਕ ਗਵਾਏ। ਹੁਣ ਦਸ਼ਰਥ ਦੇ ਬਾਰੇ ਬੀਬੀ ਬਲਜੀਤ ਕੌਰ ਦੀ ਟਰਾਂਸਲੇਸ਼ਨ ਉਹਨਾਂ ਦੀ ਕਿਤਾਬ ਵਿੱਚ ਹੈ, ਕਾਮ ਦਾ ਡੰਡਾ ਹੱਥ ਵਿੱਚ ਲੈ ਕੇ ਕਈ ਦਸ਼ਰਥ ਰਾਜੇ ਨੂੰ ਤੀਰਾਂ ਨਾਲ ਵਿੰਦੀ ਹੋਈ ਨਚਾਉਂਦੀ ਹੈ ਜਿਵੇਂ ਰਾਜਾ ਨੱਚਦਾ ਹੈ। ਆਕੜ ਆਕੜ ਕੇ ਉਸ ਕੋਲ ਹੋ ਨੇੜੇ ਹੋ ਕੇ ਬਹਿੰਦੀ ਹੈ ਅਤੇ ਜਿਵੇਂ ਤੋਤੇ ਨੂੰ ਪੜਾਈਦਾ ਹੈ ਤਿਵੇਂ ਪਾਠ ਸਿਖਾਉਂਦੀ ਹੈ। ਜਿਵੇਂ ਕਿਸੇ ਕੁਜਾਤ ਦੇ ਸਿਰ ਨੂੰ ਲਾ ਕੇ ਰਾਜੇ ਦੇ ਤਨ ਨਾਲ ਲਗਾ ਦਿਓ, ਪਰ ਕੁਜਾਤ ਹੋਣ ਕਾਰਨ ਉਹ ਚੰਮ ਦੇ ਸਿੱਕੇ ਹੀ ਚਲਾਏਗਾ, ਤਿਵੇਂ ਬਦ ਦਿਮਾਗ ਕਮੀਨੀ ਮਨਮੁਖ ਕੇ ਕਈ ਕਰ ਰਹੀ ਹੈ, ਉਸ ਦਾ ਲੋਕ ਅਤੇ ਪ੍ਰਲੋਕ ਕਿਧਰੇ ਭਲਾ ਨਹੀਂ ਹੋ ਸਕਦਾ। ਹੁਣ ਇਸ ਦੇ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਬੜਾ ਸ਼ਾਨਦਾਰ ਸ਼ਾਬਦਿਕ ਚਿੱਤਰਣ ਕਰਦੇ ਆ। ਜਦੋਂ ਲੜਾਈ ਆਪਾਂ ਹੁਣ ਬਸ ਕਰ ਲਈਏ ਜੀ, 1 ਮਿੰਟ ਹੋਰ ਹੈਗਾ ਜੀ ਤੁਹਾਡੇ ਕੋਲੇ, ਮੈਨੂੰ 2-3 ਮਿੰਟ ਦੇ ਦਿਓ, ਬੜੇ ਜ਼ਰੂਰੀ ਹੈਗੇ ਆ ਉਹ। ਚਲੋ 2 ਮਿੰਟ ਅਗਰ ਇਜਾਜ਼ਤ ਦੇ ਦਿਓ, ਮੈਂ 2-3 ਛੰਦ ਜਿਹੜੇ ਹੈ ਕੁਐਸਚਨ ਬਹੁਤ ਹੈ, 2 ਮਿੰਟ ਤੋਂ ਬਾਅਦ ਫਿਰ ਆਪਾਂ ਬੰਦ ਕਰ ਲਿਆ। 2 ਮਿੰਟ ਕਰ ਲਓ ਜੀ ਤੁਸੀਂ। ਹਾਂਜੀ ਪਲੀਜ਼ ਗੋ ਔਨ ਜੀ ਫॉर 2 ਮਿੰਟਸ। ओके जी, मैं हेल्प कर सकता जी, आई हैव टू आस्क द क्वेश्चन। नहीं ठीक है। मतलब गल ਇਹ ਹੈ ਉਹਦੇ ਚ ਬਲਜੀਤ ਕੌਰ ਜੀ ਨੇ ਟਰਾਂਸਲੇਸ਼ਨ ਕੀਤੀ ਹੈ ਕਿ ਕਹਿੰਦੇ ਕਿ ਜਦੋਂ ਫਿਰ ਉਹਨੇ ਮੰਦੋਦਰੀ ਨੇ ਉਸ ਨੂੰ ਕਿਹਾ ਕਿ ਤੂੰ ਉਹਦੀ ਰਾਮ ਦੀ ਇਸਤਰੀ ਵਾਪਸ ਕਰ ਦੇ, ਉਹਦੀ ਵੋਟੀ ਕਿਉਂ ਲਈ ਹੈ, ਤਾਂ ਜੋ ਰਾਵਣ ਨੇ ਕਿਹਾ ਉਹ ਇਹ ਜਿਹੜਾ ਤਰਜਮਾ ਕੀਤਾ ਗਿਆ ਹੈ, ਜਿਹੜਾ ਰਿਲੀਜ਼ ਕੀਤਾ ਗਿਆ, ਉਹਦੇ ਚ ਕਿਹਾ ਉਹਨਾਂ ਨੇ ਬਾਵਰੀ ਰਾਂਡ ਕਿਆ ਬਾਂਡ ਬਾਤੇ ਬੱਕੇ ਰੰਗ ਸੇ ਰਾਮ का छोड़ रासा, काढ़ो बांस दैबान बाजीगरी देखियो आज ताको तमाशा, 20 बाहंग धरंग शीस दसंग सिरंग सैंड समूह है संग मेरे, भात जय है कहाँ बाट पै है उवा मारियो बात जैसे बटेरे। उन्हें क्या रावण ने मंदोतरी ਨੂੰ ਕਿਹਾ ਐ ਪਗਲੀ ਇਸਤਰੀ ਕੀ ਬਕਵਾਸ ਕਰਦੀ ਹੈ, ਬੰਦ ਕਰ ਜ਼ਮਾਨ ਅਤੇ ਛੱਡ ਦੇ ਉਸ ਪਾਗਲ ਅਤੇ ਕੰਗਾਲ ਦਾ ਕਿੱਸਾ। ਉਸ ਦਾ ਤਮਾਸ਼ਾ ਮੈਂ ਤੈਨੂੰ ਅੱਜ ਦਿਖਾਵਾਂਗਾ ਜਦੋਂ ਮੈਂ ਮੰਤਰ ਵਿਦਿਆ ਦੁਆਰਾ 10 ਸਿਰ ਤੇ 20 ਬਾਵਾਂ ਧਾਰਨ ਕਰਕੇ ਸੈਨਾ ਦੇ ਅਨੰਤ ਦਲ ਨੂੰ ਨਾਲ ਲੈ ਕੇ ਰਣ ਖੇਤਰ ਵਿੱਚ ਗਿਆ ਤਾਂ ਰਾਮ ਡਰਦਾ ਮਾਰਿਆ ਭੱਜ ਉੱਠੇਗਾ, ਜਾਏਗਾ ਕਿੱਥੇ, ਉਹਨੂੰ ਇਦਾਂ ਰਗੜਾਂਗਾ ਜਿਵੇਂ ਬਾਜ਼ ਬਟੇਰੇ ਨੂੰ ਮਾਰਦਾ। ਅਖੀਰ ਦੇ ਵਿੱਚ ਬਹੁਤ ਇੰਪੋਰਟੈਂਟ ਹੈ ਜਿਹੜਾ ਗੁਰਮਤ ਦੇ ਸਿਧਾਂਤ ਇਹਦੇ ਵਿੱਚ ਦਿੱਤੇ ਗਏ ਹੈ। ਰਾਮਾ ਅਵਤਾਰ ਵਿੱਚ ਲਿਖਿਆ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਲਿਖਦੇ ਹੈ ਰਾਮਚੰਦਰ ਨੇ
ਰਾਮਚੰਦਰ ਨੇ ਸਾਮ ਦਾਮ ਦੰਡ ਭੇਦ ਵਰਤ ਕੇ ਉਹਨੇ ਰਾਜ ਕਾਇਮ ਕੀਤਾ। ਬਹੁਬਿਧ ਕਰੋ ਰਾਜ ਕੋ ਸਾਜਾ, ਦੇਸ ਦੇਸ ਕੇ ਕੀਤੇ ਰਾਜਾ। ਹੁਣ ਇਹ ਸਾਮ ਦਾਮ ਦੰਡ ਭੇਦ ਹੁੰਦਾ ਹੈ, ਕਿਸੇ ਦੀ ਸ਼ਰਣੀ ਪੈ ਜਾਓ, ਕਿਸੇ ਨੂੰ ਖਰੀਦੋ, ਕਿਸੇ ਨੂੰ ਕੁੱਟੋ, ਕਿਸੇ ਚ ਡਿਫਰੈਂਸਸ ਕ੍ਰੀਏਟ ਕਰੋ, ਇਹ ਵਰਤੇ ਗਏ। ਮਗਰ ਸਾਡੀ ਮੂਰਖਤਾ ਦੀ ਹੱਦ ਹੈ, ਕਈ ਜਗ੍ਹਾ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਦੇ 52 ਹੁਕਮਾਂ ਨੂੰ ਇਹ ਲਿਖਿਆ ਗਿਆ ਕਿ ਗੁਰੂ ਸਾਹਿਬ ਨੇ ਕਿਹਾ ਕਿ ਇਹ ਸਾਮ ਦਾਮ ਦੰਡ ਭੇਦ ਵਰਤ ਕੇ ਕਰਨਾ ਚਾਹੀਦਾ ਹੈ। ਅਖੀਰ ਵਿੱਚ ਰਾਮਾਵਤਾਰ ਗੁਰੂ ਸਾਹਿਬ ਨੇ ਕਿਹਾ ਕਿ ਰਾਮਚੰਦਰ ਜੀ ਨੇ ਰਾਮ ਰਾਜ ਜਦੋਂ ਕਾਇਮ ਕੀਤਾ, ਉਹਨਾਂ ਨੇ ਵਰਨ ਆਸ਼ਰਮ ਨੂੰ ਕਾਇਮ ਕੀਤਾ। ਉਹਨਾਂ ਨੇ ਇਤਨਾ ਹੀ ਨਹੀਂ ਕੀਤਾ, ਸਾਰਿਆਂ ਨੂੰ ਉਹਨਾਂ ਦੇ ਕੰਮ ਲਾਇਆ, ਔਰ ਜਿਹੜੇ ਵਰਨ ਆਸ਼ਰਮ ਨੂੰ ਜਿਹਨੂੰ ਗੁਰਮਤਿ ਨੇ ਨਹੀਂ ਪ੍ਰਵਾਨ ਕੀਤਾ। ਸੋ ਇਹ ਸਾਰੇ ਰਾਮਾਵਤਾਰ, ਅਗਰ ਇਹ ਰਾਮਾਵਤਾਰ ਗੁਰੂ ਸਾਹਿਬ ਦਾ ਪੜ੍ਹੇਗਾ, ਗੁਰਮਤ ਦੇ ਸਿਧਾਂਤ ਦ੍ਰਿੜ ਹੋ ਜਾਣਗੇ। ਨਾ ਤਾਂ ਇਹਦੇ ਚ ਵਰਨ ਆਸ਼ਰਮ, ਨਾ ਸਾਮ ਦਾਮ ਦੰਡ ਭੇਦ, ਨਾ ਜਾਤ ਪਾਤ, ਤੇ ਨਾ ਹੀ ਹੋਰ ਕਰਮ ਕਾਂਡ ਆਏਗਾ। ਸੋ ਇਹ ਬਹੁਤ ਹੀ ਸੰਖੇਪ ਦੇ ਵਿੱਚ ਜਿਹੜਾ ਹੈ, ਬਾਕੀ ਜਦੋਂ ਇਹਨੂੰ ਜ਼ਰੂਰ ਤੁਸੀਂ ਪੜ੍ਹੋ, ਰਾਮਾਵਤਾਰ ਨੂੰ ਪੜ੍ਹ ਕੇ ਉਸ ਨੂੰ ਲਓ। ਔਰ ਅਖੀਰ ਦੇ ਵਿੱਚ ਇਹੀ ਹੈ, ਸਵਈਆ ਪਾਏ ਗਏ ਜਪਤੇ ਤੁਮਰੇ ਤਪਤੇ ਕੋ ਆਂਖ ਤੇਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨ ਮਾਨਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਲਾਂਬਾ ਸਾਹਿਬ, ਥੈਂਕ ਯੂ ਲਾਂਬਾ ਸਾਹਿਬ। ਮੈਂ ਫਿਰ ਬਾਅਦ ਚ ਜੇਕਰ ਕਿਸੇ ਨੇ ਕੁਐਸਚਨ ਹੋਇਆ ਤਾਂ ਕਰ ਲਾਂਗੇ।